ਨਿਮਾਣਿਆਂ ਦੀ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਹਜ਼ੂਰ ਦਾ ਪਾਵਨ ਪ੍ਰਕਾਸ਼। ਵੈਸਾਖ ਸੁਦੀ 1526 ਬਿਕਰਮੀ ਸੰਮਤ 1469 ਈਸਵੀ ਸੰਮਤ ਨੂੰ ਪਿਤਾ ਬਾਬਾ ਤੇਜਭਾਨ ਜੀ ਅਤੇ ਮਾਤਾ ਲక్ష్ਮੀ ਜੀ ਦੇ ਗ੍ਰਹਿ ਵਿਖੇ ਨਗਰ ਬਾਸਰਕੇ ਵਿਖੇ ਹੁੰਦਾ ਹੈ। ਸਾਧ ਸੰਗਤ ਜੀ, ਮਾਤਾ ਪਿਤਾ ਸ਼ੁਰੂ ਤੋਂ ਹੀ ਬਹੁਤ ਧਰਮੀ ਸੁਭਾਅ ਦੇ ਮਾਲਕ ਸਨ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਵੀ ਬਚਪਨ ਦੇ ਵਿੱਚ ਹੀ ਮਿਲੇ ਹੋਏ ਸੰਸਕਾਰਾਂ ਦੇ ਮੁਤਾਬਕ ਬਹੁਤ ਧਾਰਮਿਕ ਰੁਚੀ ਰੱਖਿਆ ਕਰਦੇ। ਕੁਝ ਸਮਾਂ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਹਜ਼ੂਰ ਨੇ ਬਤੀਤ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੋ ਪਿਤਾ ਪੁਰਖੀ ਕਾਰ ਵਿਹਾਰ ਸੀ ਉਹਨੂੰ ਕਰਿਆ ਕਰਦੇ। ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਵਿਆਹ ਧੰਨ ਮਾਤਾ ਰਾਮ ਕੌਰ ਜੀ ਦੇ ਨਾਲ ਸਾਧ ਸੰਗਤ ਜੀ 1556 ਬਿਕਰਮੀ ਸੰਮਤ ਨੂੰ ਹੁੰਦਾ ਹੈ। ਆਪ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਜਨਮ ਧਾਰਦੇ ਹੈ। ਇਸੇ ਤਰ੍ਹਾਂ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਦਾ ਜਨਮ ਹੁੰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਧ ਸੰਗਤ ਜੀ ਆਪਣੇ ਮਾਤਾ ਪਿਤਾ ਦੇ ਸੰਸਕਾਰਾਂ ਦੇ ਅਨੁਸਾਰ ਬੜਾ ਲੰਮਾ ਸਮਾਂ ਗੰਗਾ ਦੇ ਉੱਤੇ ਯਾਤਰਾ ਕਰਨ ਦੇ ਵਾਸਤੇ ਜਾਂਦੇ ਰਹੇ ਹੈ। ਇੱਕ ਵਾਰ ਯਾਤਰਾ 'ਤੇ ਗਏ, ਵਾਪਸ ਆਉਂਦਿਆਂ ਇੱਕ ਬ੍ਰਹਮਚਾਰੀ ਸਾਧੂ ਦੇ ਨਾਲ ਮਿਲਾਪ ਹੋ ਗਿਆ। ਪ੍ਰੇਮ ਦਾ ਬੱਧਾ ਬ੍ਰਹਮਚਾਰੀ ਸਾਧੂ ਵੀ ਸਤਿਗੁਰੂ ਜੀ ਦੇ ਨਾਲ ਹਜ਼ੂਰ ਦੇ ਘਰ ਆ ਗਿਆ। ਕੁਝ ਸਮਾਂ ਜਦੋਂ ਹਜ਼ੂਰ ਦੇ ਕੋਲ ਠਹਿਰਿਆ, ਇੱਕ ਦਿਨ ਪੁੱਛਣ ਲੱਗਾ, ਕਹਿੰਦਾ ਕਿ ਤੁਸੀਂ ਗੁਰੂ ਕਿਸ ਨੂੰ ਧਾਰਨ ਕੀਤਾ? ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕਿ ਅਜੇ ਤੱਕ ਮੈਂ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ। ਜਦੋਂ ਇਹ ਸਾਧੂ ਨੇ ਬਚਨ ਸੁਣੇ, ਬਹੁਤ ਸਾਧ ਸੰਗਤ ਜੀ ਮਨ ਦੇ ਵਿੱਚ ਪਛਤਾਵਾ ਕਰਨ ਲੱਗਾ। ਕਹਿਣ ਲੱਗਾ, ਫਿਰ ਤੁਸੀਂ ਨਿਗੁਰੇ ਹੋ? ਕਹਿੰਦਾ, ਜੇ ਤੁਸੀਂ ਨਿਗੁਰੇ ਹੋ ਤੇ ਤੁਹਾਡੇ ਘਰੋਂ ਤੁਹਾਡੇ ਹੱਥੋਂ ਮੈਂ ਪ੍ਰਸ਼ਾਦਾ ਪਾਣੀ ਛਕ ਬੈਠਾ, ਇਹ ਤੇ ਭਾਈ ਹੁਣ ਮੇਰੇ ਕੀਤੇ ਹੋਏ ਜਿਹੜੇ ਪੁੰਨ ਦਾਨ ਨੇ, ਜਿਹੜੀ ਮੇਰੀ ਕੀਤੀ ਹੋਈ ਕਮਾਈ ਹੈ ਨਾ, ਉਹ ਸਾਰੀ ਹੁਣ ਅਜਾਈਂ ਚਲੀ ਜਾਵੇਗੀ, ਕਿਉਂਕਿ ਨਿਗੁਰੇ ਦੇ ਹੱਥ ਦਾ ਮੈਂ ਪ੍ਰਸ਼ਾਦਾ ਪਾਣੀ ਛਕ ਬੈਠਾ ਹਾਂ। ਸਾਧ ਸੰਗਤ ਜੀ ਵੇਖੋ, ਗੁਰਬਾਣੀ ਦੇ ਵੀ ਪਾਵਨ ਬਚਨ ਹਨ, ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਬੰਦੇ ਦਾ ਨਾਮ ਲੈਣਾ ਵੀ ਮਾੜਾ ਹੈ। ਤੋ ਇਸ ਲਈ ਉਹ ਬ੍ਰਹਮਚਾਰੀ ਸਾਧੂ ਕਹਿਣ ਲੱਗਾ, ਮੈਂ ਤੁਹਾਡੇ ਹੱਥੋਂ ਪ੍ਰਸ਼ਾਦਾ ਪਾਣੀ ਛਕ ਲਿਆ ਹੈ, ਮੇਰੇ 'ਤੇ ਕੀਤੇ ਹੋਏ ਜਿਹੜੇ ਸ਼ੁਭ ਕਰਮ ਨੇ ਉਹ ਅਜਾਈਂ ਚਲੇ ਜਾਣਗੇ। ਮਨ ਦੇ ਵਿੱਚ ਸਾਧ ਸੰਗਤ ਜੀ ਉਸੇ ਸਮੇਂ ਬੜਾ ਦੁੱਖ ਹੋਇਆ। ਉਸੇ ਸਮੇਂ ਇਹ ਪੀੜਾ ਉੱਠੀ ਕਿ ਪੂਰਨ ਗੁਰੂ ਨੂੰ ਮਿਲਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੀ ਨੂੰਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਸਪੁੱਤਰੀ ਬੀਬੀ ਅਮਰੋ ਜੀ, ਜੋ ਹਜ਼ੂਰ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਇੱਕ ਦਿਨ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਦੁੱਧ ਰਿੜਕਦਿਆਂ ਬੀਬੀ ਅਮਰੋ ਬੜੀ ਪ੍ਰੇਮ ਦੇ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਜਿਹੜਾ ਸ਼ਬਦ ਹੈ ਉਸ ਨੂੰ ਪੜ੍ਹ ਰਹੇ ਸਨ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਤੋ ਸਾਧ ਸੰਗਤ ਜੀ ਜਦੋਂ ਇਸ ਸ਼ਬਦ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸੁਣਿਆ, ਕੰਨਾਂ ਦੇ ਵਿੱਚ ਬੋਲ ਪਏ, ਮਨ ਨੂੰ ਟਿਕਾ ਪ੍ਰਾਪਤ ਹੋਇਆ। ਕੋਲ ਆਏ, ਪੁੱਛਣ ਲੱਗੇ ਕਿ ਬੇਟਾ ਇਹ ਜੋ ਸ਼ਬਦ ਹੈ ਇਹ ਕਿਹਨਾਂ ਦਾ ਉਚਾਰਨ ਕੀਤਾ ਹੈ, ਕਿਹਨਾਂ ਦੀ ਬਾਣੀ ਤੁਸੀਂ ਪੜ੍ਹ ਰਹੇ ਹੋ? ਤੋ ਉਸ ਸਮੇਂ ਬੀਬੀ ਅਮਰੋ ਜੀ ਕਹਿਣ ਲੱਗੇ ਕਿ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਜੀ ਦੀ ਬਾਣੀ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਦੁਬਾਰਾ ਫੇਰ ਪੜ੍ਹ ਕੇ ਸੁਣਾਓ। ਫਿਰ ਬੀਬੀ ਅਮਰੋ ਜੀ ਨੇ ਉਸ ਸ਼ਬਦ ਨੂੰ ਪੜ੍ਹਿਆ, ਮਨ ਨੂੰ ਬੜਾ ਟਿਕਾਓ ਅਤੇ ਆਨੰਦ ਪ੍ਰਾਪਤ ਹੋਇਆ। ਕਹਿਣ ਲੱਗੇ, ਫਿਰ ਜਿਨ੍ਹਾਂ ਗੁਰਾਂ ਦੀ ਇਹ ਬਾਣੀ ਹੈ ਨਾ,
ਤੁਸੀਂ ਉਹਨਾਂ ਦੇ ਨਾਲ ਮੇਰਾ ਮਿਲਾਪ ਕਰਾਓ। ਤੇ ਬੀਬੀ ਅਮਰੋ ਜੀ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਤੇ ਸੱਚਖੰਡ ਪਿਆਨਾ ਕਰ ਗਏ ਹੈ। ਹੁਣ ਸਤਿਗੁਰੂ ਮਹਾਰਾਜ ਜੀਆਂ ਦੀ ਜੋਤ ਸਾਡੇ ਪਿਤਾ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਅੰਦਰ ਹੈ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਫਿਰ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਚਰਨਾਂ ਦੇ ਚਲੈ ਕਰਕੇ ਚੱਲੋ। ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਚਰਨਾਂ ਵਿੱਚ ਪਹੁੰਚੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਹਜ਼ੂਰ ਜਦੋਂ ਆਏ ਨੇ, ਕਿਉਂਕਿ ਕੁੜਮਾਚਾਰੀ ਹੈ, ਰਿਸ਼ਤੇਦਾਰੀ ਹੈ, ਅੱਗੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਸਤਿਕਾਰ ਕਰਨਾ ਚਾਹਿਆ। ਪਰ ਅੱਜ ਧੰਨ ਗੁਰੂ ਅਮਰਦਾਸ ਸਾਹਿਬ ਚਰਨਾਂ ਦੇ ਉੱਤੇ ਢਹਿ ਪਏ ਹੈ। ਚਰਨਾਂ ਦੇ ਉੱਤੇ ਢਹਿ ਕਰਕੇ ਫਿਰ ਬੇਨਤੀ ਕਰਨ ਲੱਗੇ, ਕਹਿੰਦੇ ਮਹਾਰਾਜ ਅੱਜ ਮੈਂ ਇੱਕ ਰਿਸ਼ਤੇਦਾਰ ਦੀ ਹੈਸੀਅਤ ਦੇ ਨਾਲ ਨਹੀਂ ਆਇਆ, ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰ ਦਾ ਸੇਵਕ ਬਣ ਕੇ ਆਇਆ ਹਾਂ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦੇ ਵਿੱਚ ਮੈਨੂੰ ਸੇਵਾ ਦੀ ਦਾਤ ਬਖਸ਼ੋ। ਤਾਂ ਫਿਰ ਸਾਧ ਸੰਗਤ ਜੀ ਉਸ ਸਮੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਬਚਨ ਕਹੇ, ਕਹਿਣ ਲੱਗੇ ਉੱਠੋ ਭਾਈ, ਭਲੇ ਸਮੇਂ ਆਏ ਹੋ, ਸੇਵਾ ਕਰੋ। ਜਿਸ ਨੇ ਵੀ ਸਿੱਖੀ ਪਾਈ ਹੈ ਸੇਵਾ ਤੋਂ ਹੀ ਪਾਈ ਹੈ। ਉਸ ਦਿਨ ਤੋਂ ਹੀ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸਾਧ ਸੰਗਤ ਜੀ, ਜਿਸ ਸਰੀਰਕ ਉਮਰ ਦੇ ਵਿੱਚ ਆਮ ਲੋਕ ਘਰਾਂ ਦੇ ਵਿੱਚ ਆਪਦੇ ਜਿਹੜੇ ਕੰਮਕਾਰ ਨੇ ਉਹ ਅੱਗੇ ਪੁੱਤ ਅਤੇ ਪੋਤਰਿਆਂ ਨੂੰ ਵੰਡ ਕਰਕੇ ਵਿਹਲੇ ਹੋ ਕਰਕੇ ਬੈਠ ਜਾਂਦੇ ਹੈ ਨਾ, ਜਿਸ ਬੁਢਾਪੇ ਦੀ ਉਮਰ ਦੇ ਵਿੱਚ ਲੋਕ ਘਰਾਂ ਦੇ ਕੰਮਾਂ ਕਾਰਾਂ ਤੋਂ ਰੁਖਸਤ ਹੋ ਜਾਂਦੇ ਹੈ, ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਐਸੀ ਬਿਰਧ ਅਵਸਥਾ ਦੇ ਵਿੱਚ ਗੁਰੂ ਕੇ ਘਰ ਦੀ ਸਾਧ ਸੰਗਤ ਦੀ ਮਹਾਨ ਸੇਵਾ ਕਰਦੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਜਲ ਭਰ ਕੇ ਲਿਆਉਣਾ। ਸਾਧ ਸੰਗਤ ਜੀ, ਜਦੋਂ ਸ੍ਰੀ ਖਡੂਰ ਸਾਹਿਬ ਤੋਂ ਚੱਲਣਾ ਤੇ ਮਹਾਰਾਜ ਸਾਹਿਬ ਦੇ ਵੱਲ ਪਿੱਠ ਨਾ ਕਰਨੀ, ਅੱਧਾ ਰਾਸਤਾ ਮੁੱਖ ਸ੍ਰੀ ਖਡੂਰ ਸਾਹਿਬ ਵੱਲ ਨੂੰ ਰੱਖ ਕਰਕੇ ਪਿਛਲ ਪੈਰੀਂ ਚੱਲਣਾ। ਤੇ ਜਿੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਨਾ ਰਾਸਤੇ ਵਿੱਚ, ਉੱਥੇ ਜਾ ਕਰਕੇ ਹਜ਼ੂਰ ਨੇ ਬੈਠ ਕੇ ਕੁਝ ਸਮਾਂ ਦਮ ਲੈਣਾ। ਤੇ ਫਿਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਜਾ ਕਰਕੇ ਬਿਆਸਾ ਦੇ ਵਿੱਚੋਂ ਅੰਮ੍ਰਿਤ ਵੇਲੇ ਜਲ ਭਰ ਕੇ ਲਿਆਉਣਾ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਇਸ਼ਨਾਨ ਦੀ ਸੇਵਾ ਕਰਾਉਣੀ। ਸਾਧ ਸੰਗਤ ਜੀ, ਉਸ ਤੋਂ ਬਾਅਦ ਸਾਰਾ ਦਿਨ ਗੁਰੂ ਕੇ ਲੰਗਰਾਂ ਦੇ ਵਿੱਚ ਮਹਾਨ ਸੇਵਾ ਕਰਨੀ। ਸੋ ਇਸ ਪ੍ਰਕਾਰ 12 ਸਾਲ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਇਹ ਮਹਾਨ ਗੁਰੂ ਕੇ ਦਰ ਦੀ ਸੇਵਾ ਕੀਤੀ। ਹੁਣ ਸੇਵਾ ਕਰਦਿਆਂ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ ਨੇ। ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਕਈ ਗੱਲਾਂ ਕਰਦੇ ਹੈ, ਪਰ ਸਾਧ ਸੰਗਤ ਜੀ, ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸਾਨੂੰ ਜਾਚ ਸਿਖਾਈ ਹੈ ਕਿ ਗੁਰੂ ਕੇ ਸਿੱਖ ਨੇ ਸੇਵਾ ਕਿੱਦਾਂ ਕਰਨੀ ਹੈ। ਲੋਕਾਂ ਨੇ ਬੜੀਆਂ ਗੱਲਾਂ ਕਰਨੀਆਂ, ਇੱਥੋਂ ਤੱਕ ਸਾਧ ਸੰਗਤ ਜੀ ਐਸੇ ਬਚਨ ਕਹਿ ਦੇਣੇ ਕਿ ਇਹ ਤੇ ਅਮਰੂ ਨਿਥਾਵਾਂ ਹੈ। ਐਸੇ ਬਚਨ ਕਹਿ ਦੇਣੇ ਕਿ ਇਹਨਾਂ ਨੂੰ ਹੁਣ ਕੋਈ ਰੱਖਦਾ ਨਹੀਂ, ਘਰ ਦੇ ਵਿੱਚ ਪੁੱਤ ਇਹਨਾਂ ਨੂੰ ਸੰਭਾਲਦੇ ਨਹੀਂ, ਤੇ ਆ ਕਰਕੇ ਕੁੜਮਾਂ ਦੇ ਦਰ ਦੇ ਉੱਤੇ ਬੈਠੇ ਹੋਏ ਹੈ। ਸਾਧ ਸੰਗਤ ਜੀ, ਕਿਸੇ ਦੇ ਵੀ ਬਚਨਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੇਵਾ ਦੇ ਵਿੱਚ ਲੱਗੇ ਰਹੇ ਹੈ। ਅੱਜ ਸਮਾਂ ਆਇਆ ਹੈ ਇਸ ਕੀਤੀ ਹੋਈ ਮਹਾਨ ਸੇਵਾ ਦਾ ਜੋ ਫਲ ਹੈ ਉਹ ਪ੍ਰਾਪਤ ਹੋਣ ਲੱਗਾ ਹੈ। ਸਾਧ ਸੰਗਤ ਜੀ, ਸਰਦੀ ਦਾ ਮੌਸਮ ਹੈ, ਅੱਤ ਦੀ ਠੰਡ ਹੈ, ਉੱਤੋਂ ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਹੈ, ਬਹੁਤ ਠੰਡੀ ਹਵਾ ਵਗ ਰਹੀ ਹੈ। ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੱਜ ਵੀ ਸੇਵਾ ਦੇ ਤਤਪਰ ਨੇ। ਬਿਆਸ ਦਰਿਆ ਦੇ ਉੱਤੇ ਗਏ ਹੈ, ਗਾਗਰ ਜਲ ਦੀ ਭਰ ਕੇ ਲੈ ਕੇ ਆ ਰਹੇ ਹੈ। ਜਿਸ ਸਮੇਂ ਸ੍ਰੀ ਖਡੂਰ ਸਾਹਿਬ ਦੇ ਵਿੱਚ ਪਹੁੰਚੇ, ਸਾਧ ਸੰਗਤ ਜੀ, ਮੀਂਹ ਪੈਂਦਾ ਹੋਣ ਕਾਰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੁਲਾਹਿਆਂ ਦੀ ਖੱਡੀ ਦੇ ਨਾਲ ਮਹਾਰਾਜ ਸਾਹਿਬ ਜੀਆਂ ਦਾ ਚਰਨ ਅੜ ਗਿਆ, ਉੱਥੇ ਡਿੱਗ ਪਏ ਹੈ। ਜਦੋਂ ਡਿੱਗੇ ਨੇ, ਗਾਗਰ ਨੂੰ ਥੱਲੇ ਨਹੀਂ ਡਿੱਗਣ ਦਿੱਤਾ, ਬੜਾ ਖੜਾਕ ਹੋਇਆ। ਅੰਦਰੋਂ ਜੁਲਾਹੇ ਨੇ ਆਵਾਜ਼ ਮਾਰੀ, ਕੌਣ ਹੈ? ਤੇ ਉਦੋਂ ਨਾਲ ਹੀ ਪਈ ਹੀ ਉਹਦੀ ਘਰਵਾਲੀ ਜੁਲਾਹੀ ਇਹ ਬਚਨ ਕਹਿ ਦਿੱਤੇ ਉਸਨੇ, ਕਹਿਣ ਲੱਗੀ, ਹੋਵੇਗਾ ਅਮਰੂ ਨਿਥਾਵਾਂ,
ਜਿਹਨੂੰ ਨਾ ਦਿਨੇ ਚੈਨ ਨਾ ਹੀ ਰਾਤੀ ਟਿਕਾ। ਸਾਧ ਸੰਗਤ ਜੀ ਜਦੋਂ ਐਸੇ ਬਚਨ ਕਹੇ ਨਾ, ਤੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਮੁਖ ਦੇ ਵਿੱਚੋਂ ਸੁਭਾਵਕ ਹੀ ਬਚਨ ਨਿਕਲੇ। ਕਹਿਣ ਲੱਗੇ, ਝੱਲੀਏ ਮੈਂ ਨਿਥਾਵਾਂ ਨਹੀਂ। ਜਿਹਨੂੰ ਗੁਰੂ ਸਾਹਿਬ ਦੀ ਪ੍ਰਾਪਤੀ ਹੋ ਜਾਵੇ, ਜਿਹਨੂੰ ਪੂਰਨ ਗੁਰੂ ਪ੍ਰਾਪਤ ਹੋ ਜਾਣ, ਉਹ ਨਿਥਾਵਾਂ ਨਹੀਂ ਰਹਿ ਜਾਂਦਾ, ਥਾਂ ਵਾਲਾ ਹੋ ਜਾਂਦਾ ਹੈ। ਸਾਧ ਸੰਗਤ ਜੀ ਉਸੇ ਤਰ੍ਹਾਂ ਫੇਰ ਆ ਕਰਕੇ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦਾ ਇਸ਼ਨਾਨ ਕਰਵਾਇਆ ਹੈ। ਅੰਮ੍ਰਿਤ ਵੇਲੇ ਜਦੋਂ ਦੀਵਾਨ ਸਜਿਆ, ਜੁਲਾਹਾ ਆਪਣੀ ਘਰਵਾਲੀ ਨੂੰ ਲੈ ਕਰਕੇ ਭੁੱਲ ਬਖਸ਼ਾਉਣ ਦੇ ਹਿੱਤ ਆਇਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਆ ਕਰਕੇ ਸਾਰੀ ਰਾਤ ਵਾਲੀ ਵਿਥਿਆ ਸੁਣਾਈ। ਤੋ ਸਾਧ ਸੰਗਤ ਜੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਬਚਨਾਂ ਦੇ ਕਰਕੇ ਉਹ ਜੁਲਾਹੀ ਉਸੇ ਸਮੇਂ ਝੱਲੀ ਹੋ ਗਈ ਸੀ। ਹਜ਼ੂਰ ਨੇ ਕਿਹਾ ਸੀ ਨਾ ਕਿ ਝੱਲੀਏ ਮੈਂ ਤੇ ਥਾਂ ਵਾਲਾ ਹਾਂ, ਨਿਥਾਵਾਂ ਨਹੀਂ ਆ। ਉਹ ਜੁਲਾਹੀ ਝੱਲੀ ਹੋ ਗਈ। ਇਹ ਜੁਲਾਹਾ ਸਵੇਰੇ ਭੁੱਲ ਬਖਸ਼ਾਉਣ ਦੇ ਹਿੱਤ ਆਇਆ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੂੰ ਜਦੋਂ ਵਿਥਿਆ ਸੁਣਾਈ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਵੀ ਪਾਵਨ ਨੇਤਰ ਜਲ ਦੇ ਨਾਲ ਭਰ ਆਏ। ਖਾਲਸਾ ਜੀ ਉਸ ਸਮੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੇ ਜਿੱਥੇ ਉਸ ਜੁਲਾਹੇ ਤੇ ਜੁਲਾਹੀ ਨੂੰ ਵੀ ਬਖਸ਼ ਦਿੱਤਾ, ਉੱਥੇ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਸ ਸਮੇਂ ਸਾਧ ਸੰਗਤ ਜੀ ਦਇਆ ਦੇ ਘਰ ਦੇ ਵਿੱਚ ਆਏ। ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਤਾਂ ਹੀ ਬਚਨ ਕਰਨ ਲੱਗੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਦੋਂ ਸੇਵਾ ਕਰਿਆ ਕਰਦੇ ਨਾ, ਤੇ 1 ਸਾਲ ਬਾਅਦ ਇੱਕ ਸਿਰੋਂ ਪਾਓ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਿਆ ਕਰਦੇ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹ ਸਿਰੋਂ ਪਾਓ ਸੀਸ ਦੇ ਉੱਤੇ ਸਜਾ ਲੈਂਦੇ। ਇਸ ਤਰ੍ਹਾਂ 12 ਸਿਰੋਂ ਪਾਓ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਹੋਏ, ਤੇ 12 ਸਿਰੋਂ ਪਾਓ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੀਸ ਉੱਤੇ ਸਜਾ ਕੇ ਰੱਖਦੇ। ਖਾਲਸਾ ਜੀ ਅੱਜ ਜਦੋਂ ਇਹ ਪਾਵਨ ਦਿਹਾੜਾ ਆਇਆ ਹੈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਸਨਮੁਖ ਖੜੇ ਨੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਪਾਵਨ ਸਰੋਪਾਵਾਂ ਨੂੰ ਖੋਲ੍ਹਦੇ ਹੈ ਤੇ ਨਾਲ ਨਾਲ ਵਰ ਬਖਸ਼ਿਸ਼ ਕਰ ਰਹੇ ਹੈ। ਕਹਿਣ ਲੱਗੇ, ਤੁਸੀਂ ਇਹਨਾਂ ਨੂੰ ਕਹਿੰਦੇ ਹੋ ਕਿ ਇਹ ਨਿਥਾਵੇਂ ਨੇ, ਅੱਜ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਿਥਾਵਿਆਂ ਦੇ ਥਾਂ ਹੋਣਗੇ, ਨਿਮਾਣਿਆਂ ਦੇ ਮਾਣ ਹੋਣਗੇ, ਨਿਤਾਣਿਆਂ ਦੇ ਤਾਣ ਹੋਣਗੇ। ਜਿਨ੍ਹਾਂ ਦੀ ਕੋਈ ਓਟ ਨਹੀਂ, ਉਹਨਾਂ ਨਿਓਟਿਆਂ ਦੀ ਓਟ ਹੋਣਗੇ। ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਨੇ ਆਸਰਿਆਂ ਦੇ ਆਸਰੇ ਹੋਣਗੇ। ਇਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਿਲੱਜਿਆਂ ਦੀ ਲੱਜ, ਨੇ ਪੱਤਿਆਂ ਦੀ ਪੱਤ, ਨੇ ਗੱਤਿਆਂ ਦੀ ਗੱਤ, ਨੇ ਧਰਿਆਂ ਦੀ ਧਿਰ, ਨੇ ਚੀਜ਼ਿਆਂ ਦੀ ਚੀਜ਼, ਨਿਰਜੋਰਿਆਂ ਦਾ ਜੋਰ, ਤੇ ਪੀਰਾਂ ਦੇ ਪੀਰ ਹੋਣਗੇ। ਖਾਲਸਾ ਜੀ 12 ਬਖਸ਼ਿਸ਼ਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀਆਂ। ਗੁਰਤਾ ਗੱਦੀ ਦੇ ਪਾਵਨ ਤਖਤ ਦੇ ਉੱਤੇ ਸੁਭਾਏਮਾਨ ਕੀਤਾ। ਆਪ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀ ਹੈ। ਗੁਰਤਾ ਗੱਦੀ ਬਖਸ਼ਿਸ਼ ਕਰਕੇ ਵਚਨ ਕੀਤੇ ਕਿ ਜਿਵੇਂ ਸਾਨੂੰ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਤੋਂ ਸ੍ਰੀ ਖਡੂਰ ਸਾਹਿਬ ਭੇਜਿਆ, ਆਪ ਜੀ ਵੀ ਹੁਣ ਇੱਥੇ ਬਹੁਤਾ ਸਮਾਂ ਨਹੀਂ ਰਹਿਣਾ। ਸ੍ਰੀ ਗੋਇੰਦਵਾਲ ਸਾਹਿਬ ਜਾ ਕਰਕੇ ਉੱਥੇ ਆਪ ਜੀ ਸੰਗਤਾਂ ਨੂੰ ਤਾਰਨਾ ਕਰੋ। ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਧ ਸੰਗਤ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆਏ ਹੈ। ਉਹ ਪਾਵਨ ਪਵਿੱਤਰ ਧਰਤੀ, ਜਿਸ ਧਰਤੀ ਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਭੱਟ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਇਹ ਜੋ ਸ੍ਰੀ ਗੋਇੰਦਵਾਲ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ ਹੈ ਨਾ, ਇਹ ਪਾਵਨ ਪਵਿੱਤਰ ਧਰਤੀ ਮੰਨ ਲੈਣਾ ਕਰੋ। ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਇਹ 84 ਮਿਟਣ ਵਾਲੀ ਪਾਵਨ ਪਵਿੱਤਰ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦੀ ਜਿਹੜੀ ਧਰਤੀ ਹੈ, ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਨੇ ਪਰਮੇਸ਼ਰ ਦੀ ਪੁਰੀ ਸੱਚਖੰਡ ਦੇ ਸਮਾਨ ਹੀ ਬਣਾ ਦਿੱਤੀ ਹੈ। ਐਸੀ ਸ਼ੋਭਨੀਕ ਇਹ ਪਾਵਨ ਧਰਤੀ ਹੈ। ਖਾਲਸਾ ਜੀ ਉਸ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਆ ਕੇ ਮਹਾਰਾਜ ਸਾਹਿਬ ਜੀਆਂ ਨੇ ਭਾਗ ਲਾਏ ਆ।
ਇੱਥੇ ਆ ਕਰਕੇ ਸਿੱਖਾਂ ਦਾ ਸਭ ਤੋਂ ਪਹਿਲਾ ਜਿਹੜਾ ਤੀਰਥ ਅਸਥਾਨ ਹੈ, ਸ੍ਰੀ ਬੌਲੀ ਸਾਹਿਬ ਦੀ ਕਾਰ ਸੇਵਾ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਪ੍ਰਾਰੰਭ ਕਰਵਾਈ। ਖਾਲਸਾ ਜੀ, ਸਾਡੇ ਵਰਗੇ ਜੀਵਾਂ ਦੇ ਦੁੱਖ ਮਿਟਣ ਦੇ ਹਿੱਤ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ 84 ਪੌੜੀਆਂ ਵਾਲੀ ਉਹ ਪਾਵਨ ਸ੍ਰੀ ਬੌਲੀ ਸਾਹਿਬ ਬਣਵਾਈ। ਹੁਕਮ ਕੀਤਾ, ਜਿਹੜਾ ਵੀ ਸਿੱਖ ਇਸ ਬੌਲੀ ਸਾਹਿਬ ਦੇ ਵਿੱਚ ਪ੍ਰੇਮ ਭਾਵਨਾ ਧਾਰ ਕਰਕੇ ਸ੍ਰੀ ਜਪਜੀ ਸਾਹਿਬ ਜੀਆਂ ਦੇ ਪਾਠ ਕਰਕੇ ਇਸ਼ਨਾਨ ਕਰੇਗਾ, 84 ਵਾਰ 84 ਪੌੜੀਆਂ ਦੇ ਉੱਤੇ 84 ਜਪਜੀ ਸਾਹਿਬ ਦੇ ਪਾਠ ਕਰੇ, ਫਿਰ ਇਸ਼ਨਾਨ ਕਰੇ ਬੌਲੀ ਸਾਹਿਬ ਦੇ ਵਿੱਚ, ਤਾਂ ਭਾਈ ਉਹਦੀ 84 ਕੱਟੀ ਜਾਵੇਗੀ। ਖਾਲਸਾ ਜੀ, ਇਸ ਪ੍ਰਕਾਰ ਅੱਜ ਵੀ ਉੱਥੇ ਗੁਰੂ ਕੇ ਪਿਆਰੇ ਸਿੱਖ ਇੱਕ ਇੱਕ ਪੌੜੀ ਦੇ ਉੱਤੇ ਪਾਠ ਕਰਕੇ, ਫਿਰ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ, ਫਿਰ ਦੂਜੀ ਪੌੜੀ ਤੇ ਪਾਠ ਕਰਦੇ ਹੈ, ਫਿਰ ਬੌਲੀ ਸਾਹਿਬ 'ਚ ਇਸ਼ਨਾਨ ਕਰਦੇ। ਇਉਂ 84 ਜਪਜੀ ਸਾਹਿਬ ਦੇ ਪਾਠ 84 ਵਾਰ ਇਸ਼ਨਾਨ ਕਰਕੇ ਆਪਦੀ 84 ਨੂੰ ਗੁਰੂ ਕੇ ਸਿੱਖ ਕਟਾਉਂਦੇ ਹੈ। ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਸ ਪਾਵਨ ਪਵਿੱਤਰ ਬੌਲੀ ਸਾਹਿਬ ਦੀ ਸਿਰਜਣਾ ਹਜ਼ੂਰ ਨੇ ਕੀਤੀ ਹੈ। ਇੱਥੇ ਹੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਿਹੜਾ ਉਸ ਸਮੇਂ ਜਾਤ ਪਾਤ ਦਾ ਬਹੁਤ ਜ਼ਿਆਦਾ ਵਿਸਥਾਰ ਸੀ ਨਾ, ਮਹਾਰਾਜ ਸਾਹਿਬ ਜੀਆਂ ਨੇ ਉਸ ਵਿਤਕਰੇ ਨੂੰ ਦੂਰ ਕਰਨ ਦੇ ਹਿੱਤ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਖਾਲਸਾ ਜੀ ਪਹਿਲਾ ਪੰਗਤ ਕਰਨ ਦਾ ਇਹ ਜਿਹੜਾ ਹੁਕਮ ਹੈ ਉਸ ਸਮੇਂ ਮਹਾਰਾਜ ਸਾਹਿਬ ਜੀਆਂ ਨੇ ਦਿੱਤਾ। ਇਹ ਹੁਕਮ ਕੀਤਾ ਕਿ ਜਿੰਨੇ ਵੀ ਸਾਡੇ ਦਰਸ਼ਨ ਕਰਨੇ ਨੇ ਉਹਨੂੰ ਪਹਿਲਾਂ ਗੁਰੂ ਕੇ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਸਾਰੀ ਸੰਗਤ ਦੇ ਨਾਲ ਬੈਠ ਕਰਕੇ ਪ੍ਰਸ਼ਾਦਾ ਛਕਣਾ ਪਵੇਗਾ। ਉਸ ਸਮੇਂ ਇਹ ਬਚਨ ਕੀਤੇ, ਪਹਿਲੇ ਪੰਗਤ ਪਾਛੇ ਸੰਗਤ। ਇੱਥੋਂ ਤੱਕ ਸਮੇਂ ਦਾ ਜਿਹੜਾ ਹਾਕਮ ਸੀ ਸਾਧ ਸੰਗਤ ਜੀ, ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਅਕਬਰ ਬਾਦਸ਼ਾਹ ਆਉਂਦਾ ਹੈ। ਉਹਨੂੰ ਵੀ ਇਹ ਹੁਕਮ ਕੀਤਾ ਜਾਂਦਾ ਕਿ ਜੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਤੇ ਪਹਿਲਾਂ ਸਾਰੀ ਸੰਗਤ ਦੇ ਵਿੱਚ ਬੈਠ ਕਰਕੇ ਪੰਗਤ ਦੇ ਵਿੱਚ ਸੱਜ ਕਰਕੇ ਤੈਨੂੰ ਪ੍ਰਸ਼ਾਦਾ ਛਕਣਾ ਪਵੇਗਾ। ਖਾਲਸਾ ਜੀ, ਕੁਝ ਜਾਤ ਅਭਿਮਾਨੀਆਂ ਨੂੰ ਇਸ ਗੱਲ ਦਾ ਬੜਾ ਦੁੱਖ ਵੀ ਲੱਗਾ, ਪਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਇਸ ਜਾਤ ਪਾਤ ਦੇ ਵਖਰੇਵੇਂ ਨੂੰ ਦੂਰ ਕਰਨ ਦੇ ਹਿੱਤ ਇਹ ਮਰਿਆਦਾ ਨੂੰ ਹੋਰ ਵੀ ਦ੍ਰਿੜ ਕੀਤਾ ਕਿ ਜਿੰਨੇ ਵੀ ਦਰਸ਼ਨ ਕਰਨੇ ਨੇ ਉਹਨੂੰ ਪਹਿਲਾਂ ਪੰਗਤ ਦੇ ਵਿੱਚ ਬੈਠਣਾ ਪਵੇਗਾ। ਸੋ ਖਾਲਸਾ ਜੀ, ਇਸ ਪ੍ਰਕਾਰ ਉਸ ਸਮੇਂ ਜੋ ਕ੍ਰੀਤੀਆਂ ਚੱਲ ਰਹੀਆਂ ਸਨ, ਸਤੀ ਪ੍ਰਥਾ ਦੀ ਬੜੀ ਵੱਡੀ ਕ੍ਰੀਤੀ ਚੱਲ ਰਹੀ ਸੀ, ਮਹਾਰਾਜ ਸਾਹਿਬ ਜੀਆਂ ਨੇ ਉਸ ਕ੍ਰੀਤੀ ਦਾ ਖੰਡਨ ਕੀਤਾ। ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਇਸਤਰੀ ਜਾਤ ਦੇ ਵਾਸਤੇ, ਵੈਸੇ ਤੇ ਗੁਰੂ ਕੇ ਘਰ ਦੇ ਵਿੱਚ ਬੇਅੰਤ ਵਡਿਆਈ ਹੈ ਖਾਲਸਾ ਜੀ। ਜੇ ਆਪਾਂ ਵੇਖੀਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਆਪਾਂ ਬਚਨ ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਖਾਲਸਾ ਜੀ, ਜਿੰਨੀ ਵਡਿਆਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਦਰ ਨੇ ਇਸਤਰੀ ਜਾਤ ਨੂੰ ਬਖਸ਼ਿਸ਼ ਕੀਤੀ ਹੈ, ਖਿਮਾ ਕਰਿਓ ਬਾਕੀ ਜਿੰਨੇ ਵੀ ਧਰਮ ਨੇ ਉਹਨਾਂ ਦੇ ਵਿੱਚ ਇਸਤਰੀ ਜਾਤ ਨੂੰ ਐਸੀ ਵਡਿਆਈ ਨਹੀਂ ਪ੍ਰਾਪਤ। ਰਹੋ ਵਿਚਾਰ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਸਤੀ ਪ੍ਰਥਾ ਦਾ ਵੀ ਉਸ ਸਮੇਂ ਖੰਡਨ ਕੀਤਾ। ਜਿਸ ਸਮੇਂ ਅਕਬਰ ਬਾਦਸ਼ਾਹ ਆਉਂਦਾ ਹੈ ਉਸ ਸਮੇਂ ਉਹਨੂੰ ਕਹਿ ਕਰਕੇ ਇਹ ਸਤੀ ਪ੍ਰਥਾ ਵੀ ਬੰਦ ਕਰਨ ਦੇ ਹਿੱਤ ਮਹਾਰਾਜ ਨੇ ਹੁਕਮ ਕੀਤਾ। ਤੇ ਨਾਲ ਹੀ ਜਿਹੜਾ ਸਾਧ ਸੰਗਤ ਜੀ ਉਸ ਸਮੇਂ ਤੀਰਥ ਯਾਤਰਾ ਦੇ ਉੱਤੇ ਟੈਕਸ ਲਿਆ ਜਾਂਦਾ ਸੀ, ਉਹਨੂੰ ਬੰਦ ਕਰਨ ਦੇ ਹੇਤੂ ਵੀ ਮਹਾਰਾਜ ਸਾਹਿਬ ਜੀਆਂ ਨੇ ਅਕਬਰ ਬਾਦਸ਼ਾਹ ਦੇ ਤਾਂ ਹੀ ਹੁਕਮ ਕੀਤਾ। ਸੋ ਇਸ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਬੇਅੰਤ ਸਿੱਖ ਸੰਗਤਾਂ ਨੂੰ ਤਾਰ ਰਹੇ ਹੈ। ਇੱਕ ਦਿਨ ਸਾਧ ਸੰਗਤ ਦੀ ਹਜ਼ੂਰ ਅੰਮ੍ਰਿਤ ਵੇਲੇ ਆਪਦੇ ਧਿਆਨ ਦੇ ਵਿੱਚ ਸਥਿਤ ਨੇ। ਇੱਕ ਮਾਤਾ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ, ਬੜੀ ਉੱਚੀ ਉੱਚੀ ਕੋਈ ਮਾਈ ਕੁਰਲਾ ਰਹੀ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਆਪਣੇ ਸੇਵਕ ਭਾਈ ਬੱਲੂ ਜੀ ਨੂੰ ਹੁਕਮ ਕੀਤਾ ਕਿ ਜਾਓ ਵੇਖ ਕੇ ਆਓ ਇਹ ਬੀਬੀ ਕਿਉਂ ਕੁਰਲਾ ਰਹੀ ਹੈ, ਕਿਉਂ ਰੋ ਰਹੀ ਹੈ। ਭਾਈ ਬੱਲੂ ਜੀ ਵੇਖ ਕੇ ਗਏ। ਇੱਕ ਮਾਤਾ ਹੈ ਜਿਹਦਾ ਜਵਾਨ ਪੁੱਤਰ ਚੜ੍ਹਾਈ ਕਰ ਗਿਆ, ਉਸ ਪੁੱਤਰ ਦੇ ਵਿਛੋੜੇ ਦੇ ਵਿੱਚ ਕੁਰਲਾ ਰਹੀ ਹੈ। ਗੁਰੂ ਸਾਹਿਬ ਦੇ ਦਰ ਦੇ ਉੱਤੇ ਆਈ ਹੈ ਕਿ ਮਹਾਰਾਜ ਆਪ ਜੀ ਕਿਰਪਾ ਕਰੋ, ਮੇਰੇ ਪੁੱਤਰ ਨੂੰ ਆਪ ਕਿਰਪਾ ਕਰਕੇ ਜਿਉਂਦਿਆਂ ਕਰ ਦਿਓ। ਸਾਧ ਸੰਗਤ ਜੀ ਭਾਈ ਬੱਲੂ ਜੀ ਆਏ ਹੈ। ਹਜ਼ੂਰ ਕਹਿਣ ਲੱਗੇ ਉਸ ਮਾਈ ਨੂੰ ਕਹੋ ਅੰਮ੍ਰਿਤ ਵੇਲੇ ਦਰਬਾਰ ਦੇ ਵਿੱਚ ਹਾਜ਼ਰ ਹੋਵੇ। ਖਾਲਸਾ ਜੀ, ਜਿਸ ਸਮੇਂ ਦਰਬਾਰ ਸਜਿਆ ਉਹ ਮਾਈ ਆਪਦੇ ਪੁੱਤਰ ਨੂੰ ਲੈ ਕਰਕੇ ਆਈ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਆਪਣਾ ਪਾਵਨ ਪਵਿੱਤਰ ਚਰਨ ਸੁਹਾਗ ਕਰਕੇ ਉਸ ਮਾਤਾ ਦੇ ਜਵਾਨ ਪੁੱਤਰ ਨੂੰ ਹਜ਼ੂਰ ਨੇ ਜਿਉਂਦਿਆਂ ਕਰ ਦਿੱਤਾ। ਜਦੋਂ ਜਿਉਂਦਿਆਂ ਕੀਤਾ ਤਾਂ ਮਨ ਦੇ ਵਿੱਚ ਇਹ ਵਿਚਾਰ ਆਈ ਕਿ ਅੱਜ ਇਸ ਨੂੰ ਜਿਉਂਦਿਆਂ ਕੀਤਾ ਹੈ, ਕੱਲ੍ਹ ਨੂੰ ਕੋਈ ਹੋਰ ਇਸ ਧਰਤੀ ਦੇ ਉੱਤੇ ਇਸ ਨਗਰ ਦੇ ਵਿੱਚ ਚੜ੍ਹਾਈ ਕਰੇਗਾ, ਉਹ ਵੀ ਇਸੇ ਦਰ ਦੇ ਉੱਤੇ ਆਉਣਗੇ, ਕਿਹਨਾਂ ਨੂੰ ਜਿਉਂਦੇ ਕਰਦੇ ਰਹਾਂਗੇ। ਉਸ ਸਮੇਂ ਬਚਨ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਕਰ ਦਿੱਤੇ ਕਿ ਜਿੰਨਾ ਸਮਾਂ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਹਾਂ ਨਾ, ਉਹਨਾਂ ਸਮਾਂ ਇਸ ਪਾਵਨ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਵਿੱਚ ਕਿਸੇ ਦੀ ਵੀ ਮੌਤ ਨਹੀਂ ਹੋਵੇਗੀ। ਖਾਲਸਾ ਜੀ, ਇਸ ਪ੍ਰਕਾਰ ਜਿੰਨਾ ਸਮਾਂ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹੇ ਹੈ, ਕਿਸੇ ਮਨੁੱਖ ਨੇ ਤੇ ਕੀ ਚੜ੍ਹਾਈ ਕਰਨਾ ਸੀ, ਇੱਥੋਂ ਤੱਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਿਸੇ ਪਸ਼ੂ ਪੰਛੀ ਦੀ ਵੀ ਮੌਤ ਨਹੀਂ ਹੋਈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਖਾਲਸਾ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਰਹਿ ਕਰਕੇ ਹਜ਼ੂਰ ਨੇ ਬੇਅੰਤ ਸਿੱਖ ਸੰਗਤਾਂ ਨੂੰ ਤਾਰਿਆ। ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਸੀ, ਉਹ ਵੀ ਸਾਰੀ ਪੋਥੀਆਂ ਨੂੰ ਸੰਗ੍ਰਹਿ ਕੀਤਾ, ਆਪਣੀ ਸਮੁੱਚੀ ਗੁਰਬਾਣੀ ਨੂੰ ਸੰਗ੍ਰਹਿ ਕੀਤਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ। ਖਾਲਸਾ ਜੀ, ਜਿਸ ਸਮੇਂ ਹਜ਼ੂਰ ਨੇ ਸੱਚਖੰਡ ਜਾਣ ਦਾ ਸਮਾਂ ਨਜ਼ਦੀਕ ਜਾਣਿਆ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਦੇ ਲਾਇਕ ਜਾਣ ਕਰਕੇ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਸੁਭਾਈਮਾਨ ਕੀਤਾ। ਜਿਹੜਾ ਦਿਹਾੜਾ 2 ਦਿਨ ਪਹਿਲਾਂ ਸਾਧ ਸੰਗਤ ਜੀ ਹਜ਼ੂਰ ਦੇ ਜੋਤੀ ਜੋਤ ਦਿਵਸ ਤੋਂ ਆਉਂਦਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਗੁਰਤਾ ਗੱਦੀ ਦਿਹਾੜਾ। ਸੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਸੁਭਾਈਮਾਨ ਕੀਤਾ ਹੈ। ਆਪ ਮਹਾਰਾਜ ਸਾਹਿਬ ਸੱਚਖੰਡ ਜਾਣ ਦੇ ਲਈ ਤਿਆਰ ਨੇ। ਤੋ ਖਾਲਸਾ ਜੀ, ਜਦੋਂ ਇਹ ਖਬਰ ਇਲਾਕੇ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਪਹੁੰਚੀ ਹੈ ਕਿ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਧੰਨ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਉੱਤੇ ਸੁਭਾਈਮਾਨ ਕਰ ਦਿੱਤਾ ਹੈ, ਤਾਂ ਸਿੱਖ ਸੰਗਤਾਂ ਦੂਰੋਂ ਦਰਾਡਿਓਂ ਚੱਲ ਕੇ ਆਉਣ ਲੱਗੀਆਂ ਨੇ, ਕਿਉਂਕਿ ਪਤਾ ਲੱਗ ਚੁੱਕਾ ਹੈ ਕਿ ਹੁਣ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚਖੰਡ ਜਾਣਗੇ। ਸੋ ਉਸ ਸਮੇਂ ਸ੍ਰੀ ਖਡੂਰ ਸਾਹਿਬ ਤੋਂ ਬਾਬਾ ਦਾਤੂ ਜੀ ਉਹ ਵੀ ਆਪਦੀ ਭੁੱਲ ਬਖਸ਼ਾਉਣ ਦੇ ਲਈ ਆਏ ਆ, ਕਿਉਂਕਿ ਜਿਸ ਸਮੇਂ ਬਾਬਾ ਦਾਤੂ ਜੀ ਨੇ ਆ ਕਰਕੇ ਈਰਖਾ ਦੇ ਵਿੱਚ ਆ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਤਾਈ ਆਪਦਾ ਪੈਰ ਮਾਰਿਆ ਸੀ ਨਾ, ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਗੁੱਸੇ ਦੇ ਵਿੱਚ ਆ ਕਰਕੇ ਉਸ ਸਮੇਂ ਮੇਰੇ ਸਤਿਗੁਰਾਂ ਨੇ ਉਸੇ ਸਮੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਸਪੁੱਤਰ ਜਾਣ ਕਰਕੇ ਚਰਨ ਪਕੜ ਲਏ ਸਨ, ਬਚਨ ਕੀਤੇ ਸਨ ਕਿ ਤੁਸੀਂ ਸਾਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਹੋ, ਮੈਂ ਤੇ ਬਜ਼ੁਰਗ ਹਾਂ, ਮੇਰੇ ਤੇ ਹੱਡ ਕਠੋਰ ਹੋ ਚੁੱਕੇ ਹੈ, ਆਪ ਜੀਆਂ ਦੇ ਚਰਨ ਬੜੇ ਕੋਮਲ ਨੇ, ਕਿਤੇ ਸੱਟ ਤੇ ਨਹੀਂ ਲੱਗੀ। ਖਾਲਸਾ ਜੀ, ਉਸ ਸਮੇਂ ਤੋਂ ਹੀ ਭਾਈ ਦਾਤੂ ਜੀ ਉਹਨਾਂ ਦੀ ਲੱਤ ਬੜੀ ਦਰਦ ਕਰਿਆ ਕਰਦੀ। ਭੁੱਲ ਬਖਸ਼ਾਉਣ ਦੇ ਲਈ ਅੱਜ ਗੋਇੰਦਵਾਲ ਸਾਹਿਬ ਪਹੁੰਚੇ ਹੈ। ਇੱਧਰ ਜਿਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸ੍ਰੀ ਗੁਰੂ ਰਾਮਦਾਸ ਜੀਆਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ, ਤਾਂ ਉਦੋਂ ਸਾਰੀ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਤੁਸੀਂ ਗੁਰੂ ਰਾਮਦਾਸ ਜੀਆਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰੋ। ਤਾਂ ਸਾਧ ਸੰਗਤ ਜੀ ਬਾਬਾ ਮੋਹਨ ਜੀ ਨੇ ਨਮਸਕਾਰ ਨਹੀਂ ਸੀ ਕੀਤੇ। ਬਾਬਾ ਮੋਹਨ ਜੀ ਨੇ ਉਸ ਸਮੇਂ ਵਚਨ ਕੀਤੇ ਸਨ ਕਿ ਅਸੀਂ ਇਸ ਗੁਰਤਾ ਗੱਦੀ ਦੇ ਹੱਕਦਾਰ ਸਾਂ, ਪਰ ਜਦੋਂ ਇਹ ਵਿਚਾਰਿਆ ਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚਖੰਡ ਪਿਆਨਾ ਕਰਨ ਲੱਗੇ ਹੈ, ਇੱਧਰੋਂ ਬਾਬਾ ਦਾਤੂ ਜੀ ਆ ਗਏ ਹੈ ਅਤੇ ਬਾਬਾ ਮੋਹਨ ਜੀ ਵੀ ਸਤਿਗੁਰਾਂ ਦੇ ਹਜ਼ੂਰ ਭੁੱਲ ਬਖਸ਼ਾਉਣ ਦੇ ਹਿੱਤ ਹਾਜ਼ਰ ਹੋਏ। ਬਾਬਾ ਦਾਤੂ ਜੀ ਨੇ ਆ ਕਰਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਅਸੀਂ ਭੁੱਲਣਹਾਰ ਹਾਂ, ਸੱਚੇ ਪਾਤਸ਼ਾਹ ਕੇਵਲ ਮਨ ਦੇ ਵਿੱਚ ਇਹ ਸੰਕਲਪ ਸੀ ਕਿ ਮੈਂ ਤੇ ਗੁਰੂ ਪੁੱਤਰ ਹਾਂ, ਗੁਰਤਾ ਗੱਦੀ ਤੇ ਮੈਨੂੰ ਬਣਦੀ ਹੈ। ਮਹਾਰਾਜ ਮੈਂ ਤੇ ਗੁਰਤਾ ਗੱਦੀ ਨੂੰ ਆਪਦੀ ਨਿੱਜੀ ਸੰਪਤੀ ਕਰਕੇ ਜਾਣ ਬੈਠਾ ਸਾਂ, ਬੜੀ ਭੁੱਲ ਹੋਈ ਸੱਚੇ ਪਾਤਸ਼ਾਹ, ਤੁਸੀਂ ਸਾਡੀ ਭੁੱਲ ਨੂੰ ਬਖਸ਼ ਦਿਓ। ਸਾਧ ਸੰਗਤ ਜੀ, ਇੱਧਰ ਬਾਬਾ ਦਾਤੂ ਜੀ ਖਿਮਾ ਮੰਗ ਰਹੇ ਹੈ, ਉਧਰ ਬਾਬਾ ਮੋਹਨ ਜੀ ਵੀ ਕੋਲ ਆਏ, ਕਹਿਣ ਲੱਗੇ ਮਹਾਰਾਜ ਮੇਰੇ ਮਨ ਦੇ ਵਿੱਚ ਵੀ ਇਹੋ ਸੰਕਲਪ ਸੀ ਕਿ ਮੈਂ ਆਪ ਜੀਆਂ ਦਾ ਸਪੁੱਤਰ ਹਾਂ, ਗੁਰੂ ਸਾਹਿਬ ਜੀਆਂ ਦਾ ਸਪੁੱਤਰ ਹਾਂ, ਇਹ ਗੁਰਤਾ ਗੱਦੀ ਦੇ ਉੱਤੇ ਹੱਕ ਤੇ ਸਾਡਾ ਹੀ ਬਣਦਾ ਹੈ।
ਤਾਂ ਸਾਧ ਸੰਗਤ ਜੀ ਹਜ਼ੂਰ ਕਹਿਣ ਲੱਗੇ, ਗੁਰੂ ਕੇ ਘਰ ਦੇ ਵਿੱਚ ਭਾਈ ਗੁਰੂ ਸਾਹਿਬਾਨ ਦੇ ਵਾਸਤੇ ਉਹੀ ਉੱਤਮ ਹੈ ਜਿਹੜਾ ਗੁਰੂ ਕੇ ਦਰ ਘਰ ਦੀ ਪ੍ਰੇਮ ਅਤੇ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਅਤੇ ਗੁਰੂ ਸਾਹਿਬ ਦੀ ਆਗਿਆ ਦੇ ਵਿੱਚ ਚੱਲਦਾ ਹੈ। ਸਾਧ ਸੰਗਤ ਜੀ, ਜਿਹੜਾ ਆਗਿਆ ਦੇ ਵਿੱਚ ਚੱਲਣਾ, ਹੁਕਮ ਨੂੰ ਮੰਨਣਾ ਹੈ, ਉਹ ਸਭ ਤੋਂ ਵੱਡੀ ਸੇਵਾ ਹੈ। ਸੋ ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਸੱਚਖੰਡ ਪਿਆਨਾ ਕਰਨ ਲੱਗੇ ਸਨ ਨਾ, ਉਦੋਂ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਵੀ ਬਾਬਾ ਮਹਾਦੇਵ ਜੀਆਂ ਨੂੰ ਬਚਨ ਕਹੇ ਸਨ, ਮਾਨ ਨਾ ਕੀਜੈ ਸਰਨ ਪ੍ਰੀਜੈ ਕਰੈ ਸੋ ਭਲਾ ਮਨਾਈਐ। ਕਿ ਭਾਈ ਕਦੇ ਇਸ ਗੱਲ ਦਾ ਮਾਨ ਨਹੀਂ ਕਰਨਾ ਕਿ ਅਸੀਂ ਗੁਰੂ ਪੁੱਤਰ ਹਾਂ। ਗੁਰੂ ਸਾਹਿਬ ਤੇ ਆਪਦੇ ਸਿੱਖਾਂ ਦੇ ਉੱਤੇ ਬਹੁਤੇ ਪ੍ਰਸੰਨ ਰਹਿੰਦੇ ਹੈ। ਸੋ ਇਸ ਪ੍ਰਕਾਰ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਕੋਲੇ ਜਦੋਂ ਬਾਬਾ ਦਾਤੂ ਜੀ ਆਏ ਹੈ, ਖਿਮਾ ਮੰਗ ਰਹੇ ਹੈ, ਹਜ਼ੂਰ ਨੇ ਉਸ ਸਮੇਂ ਬਚਨ ਕੀਤੇ, ਕਹਿਣ ਲੱਗੇ ਧੰਨ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੂੰ ਅਸੀਂ ਗੁਰਤਾ ਗੱਦੀ ਉੱਤੇ ਸੁਭਾਈਮਾਨ ਕੀਤਾ ਹੈ, ਇਹਨਾਂ ਦੇ ਅੱਗੇ ਸਪੁੱਤਰ ਸ੍ਰੀ ਅਰਜਨ ਦੇਵ ਜੀ ਜਦੋਂ ਗੁਰਤਾ ਗੱਦੀ ਉੱਤੇ ਸੁਭਾਈਮਾਨ ਹੋਣਗੇ, ਧੰਨ ਗੁਰੂ ਅਰਜਨ ਦੇਵ ਸਾਹਿਬ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਮੋਹਨ ਜੀ ਦੇ ਕੋਲੋਂ ਪੋਥੀਆਂ ਲੈਣ ਦੇ ਵਾਸਤੇ ਆਉਣਗੇ। ਜਦੋਂ ਪੋਥੀ ਸਾਹਿਬਾਨ ਨੂੰ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਜਾਣਗੇ ਨਾ, ਤੇ ਉਦੋਂ ਫਿਰ ਖਡੂਰ ਸਾਹਿਬ ਵੱਲ ਦੇ ਜਾਣਗੇ। ਦਾਤੂ ਜੀ, ਤੁਸੀਂ ਉਸ ਸਮੇਂ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਸੇਵਾ ਕਰਿਓ, ਉਹਨਾਂ ਦੀ ਟਹਿਲ ਚੱਕਰੀ ਕਰਿਓ। ਇਹ ਤੁਹਾਡਾ ਜਿਹੜਾ ਦਰਦ ਹੈ ਨਾ, ਇਹ ਤੁਹਾਡਾ ਜਿਹੜਾ ਦੁੱਖ ਹੈ, ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਚਰਨਾਂ ਨੂੰ ਛੋਹ ਕਰਕੇ ਇਹਨੂੰ ਦੂਰ ਕਰ ਦੇਣਗੇ। ਬਾਬਾ ਮੋਹਨ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਹਜ਼ੂਰ ਕਹਿਣ ਲੱਗੇ, ਮੋਹਨ ਜੀ ਤੁਸੀਂ ਹੁਣ ਪਾਵਨ ਪੋਥੀ ਸਾਹਿਬਾਂ ਨੂੰ ਸੰਭਾਲ ਲਓ, ਆਪਦੀ ਸਮਾਧੀ ਦੇ ਵਿੱਚ ਸਥਿਤ ਰਹੋ। ਪਰ ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੁਹਾਡੇ ਤੋਂ ਪੋਥੀ ਸਾਹਿਬ ਲੈਣ ਵਾਸਤੇ ਆਉਣਗੇ, ਤੁਹਾਨੂੰ ਆਨੰਦ ਦੀ ਦਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕਰਨਗੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਚਨ ਹੋਏ। ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਵਰਜਿਆ ਹੈ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਹਜ਼ੂਰ ਨੇ ਹੁਕਮ ਕੀਤਾ ਕਿ ਸਾਡੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਕਿਸੇ ਨੇ ਵੀ ਭਾਈ ਰੋਣਾ ਨਹੀਂ, ਕਿਸੇ ਨੇ ਕੋਈ ਵਿਰਲਾਪ ਨਹੀਂ ਕਰਨਾ। ਸਾਰਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਰਿਆਂ ਨੇ ਪ੍ਰਸੰਨ ਚਿੱਤ ਰਹਿਣਾ ਹੈ। ਸਗੋਂ ਸਾਡੇ ਜਾਣ ਪਿੱਛੋਂ ਗੁਰਬਾਣੀ ਦਾ ਕੀਰਤਨ ਸਾਰੀ ਸਿੱਖ ਸੰਗਤ ਨੇ ਰਲ ਮਿਲ ਕਰਕੇ ਕਰਨਾ ਹੈ। ਸੋ ਸਾਧ ਸੰਗਤ ਜੀ, ਅੱਜ ਵਾਲੇ ਦਿਨ ਮੇਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 1631 ਵਿਕਰਮੀ ਭਾਦਰੋਂ ਸੁਦੀ ਪੂਰਨਮਾਸ਼ੀ ਵਾਲੇ ਦਿਨ 1574 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪੁੱਤਰ ਧਰਤੀ ਦੇ ਉੱਤੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹਜ਼ੂਰ ਜੋਤੀ ਜੋਤ ਸਮਾਏ। ਖਾਲਸਾ ਜੀ, ਐਸੇ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਜਿਹੜੀ ਕਥਾ ਹੈ ਨਾ, ਕਥਨ ਤੋਂ ਰਹਿਤ ਹੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ। ਐਸੇ ਮਹਾਨ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਦਾ ਜੋਤੀ ਜੋਤ ਦਿਵਸ ਹੈ। ਸਮੁੱਚੀਆਂ ਸਿੱਖ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਧ ਸੰਗਤ ਜੀ ਸਤਿਗੁਰਾਂ ਦੇ ਜੋਤੀ ਜੋਤ ਦਿਹਾੜੇ ਦੇ ਉੱਤੇ ਹਾਜ਼ਰ ਹੁੰਦੀਆਂ ਨੇ। ਸੋ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਵਾਰੰਵਾਰ ਨਮਸਕਾਰ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਸਭਨਾਂ ਨੂੰ ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਉਣ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸਾਹਿਬ ਜੀ ਆਪ ਗੁਰੂ ਰੂਪ ਖਾਲਸਾ ਸਾਧ ਸੰਗਤ ਨੇ ਬਖਸ਼ਿਸ਼ ਕਰਨੀ। ਅੱਗੇ ਵਾਸਤੇ ਸਮਤ ਅਤੇ ਸੀਸ ਬਖਸ਼ਣੀ। ਦੇਹੋ ਸੱਜਣ ਅਸੀਸੜੀਆ, ਜਾ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।